ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਦਰਪੇਸ਼ ਵੱਖ-ਵੱਖ ਮਸਲੇ, ਵੱਖ-ਵੱਖ ਮੁੱਦੇ, ਉਹ ਘਟਨਾਵਾਂ ਜਿਹੜੀਆਂ ਅੱਜ ਸਾਡੇ ਨਾਲ ਘਟ ਰਹੀਆਂ ਹਨ, ਜਿਹੜੀਆਂ ਵਾਪਰ ਰਹੀਆਂ ਹਨ, ਉਹ ਆਉਣ ਵਾਲੇ ਸਮੇਂ ਦੇ ਉੱਤੇ ਆਪਣੀਆਂ ਅਮਿੱਟ ਛਾਪ ਛੱਡਣਗੀਆਂ। ਇਹਨਾਂ ਦੇ ਉੱਤੇ ਵਿਚਾਰ ਕਰਨੀ ਉਹ ਇੱਕ ਬਹੁਤ ਵੱਡੀ ਸੇਧ ਦੇਵੇਗੀ ਔਰ ਲਾਹੇਵੰਦ ਹੋਏਗਾ। ਦਰਅਸਲ ਜੋ ਕੁਝ ਬੀਤ ਜਾਂਦਾ ਹੈ, ਜੇ ਉਸ ਦੇ ਨਾਲ ਜੋੜ ਕੇ ਇਸ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਇਹ ਕਾਫੀ ਸਾਰਥਕ ਔਰ ਸੁਗੜ ਉਪਰਾਲਾ ਮੰਨਿਆ ਜਾ ਸਕਦਾ ਹੈ। ਇਸ ਹਿਸਾਬ ਦੇ ਨਾਲ ਜਿਹੜੀਆਂ ਘਟਨਾਵਾਂ ਦੇ ਉੱਤੇ ਅਸੀਂ ਆਪ ਦੇ ਨਾਲ ਵਿਚਾਰ ਕਰਦੇ ਹਾਂ, ਪਰ ਉਸ ਦੇ ਵਿੱਚ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ ਤੁਹਾਡੇ ਨਾਲ ਤੁਹਾਡੇ ਵਿਚਾਰਾਂ ਨੂੰ ਜੋੜ ਕੇ ਅਸੀਂ ਉੱਥੇ ਤੱਕ ਪਹੁੰਚਾਈਏ। ਅੱਜ ਅਸੀਂ ਜਿਹੜੀ ਘਟਨਾ ਦਾ ਜ਼ਿਕਰ ਕਰਾਂਗੇ ਉਹ ਭਾਵੇਂ ਉਸ ਨੂੰ ਇੱਕ ਬਹੁਤ ਛੋਟੀ ਜਿਹੀ ਘਟਨਾ ਲਈ ਜਾਏ, ਕਿਸੇ ਇੱਕ ਵਿਅਕਤੀ ਦੀ ਘਟਨਾ ਲੈ ਲਈ ਜਾਏ ਜਾਂ ਇੱਕ ਪਾਰਟੀ ਦੀ ਗੱਲ ਲੈ ਲਈ ਜਾਏ, ਪਰ ਜਿਸ ਦੇ ਨਤੀਜੇ, ਜਿਸ ਦੇ ਰਿਜ਼ਲਟਸ ਬਹੁਤ ਹੀ ਦੂਰਗਾਮੀ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਭਵਿੱਖ ਦੀ ਰਾਜਨੀਤੀ ਨੂੰ ਤੈਅ ਕਰੇਗੀ। ਉਹ ਹੈ ਸਿੱਖਸ ਫਾਰ ਜਸਟਿਸ ਸੰਸਥਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਏਲੀਅਨ ਟਾਰਟਸ ਐਕਟ 1799, ਇਹ ਤਕਰੀਬਨ 250 ਸਾਲ ਪੁਰਾਣਾ ਐਕਟ ਜਿਹੜਾ ਅਮਰੀਕਾ ਦੇ ਵਿੱਚ ਲਾਗੂ ਹੋਇਆ ਸੀ, ਔਰ ਇਸ ਐਕਟ ਦੇ ਮੁਤਾਬਿਕ ਕਿਸੇ ਵੀ ਬਾਹਰ ਦੇ ਬਸ਼ਿੰਦੇ, ਵਿਦੇਸ਼ੀ ਨਾਗਰਿਕ ਦੇ ਉੱਤੇ ਉੱਥੋਂ ਦੀ ਸਰਕਾਰ ਵੱਲੋਂ ਉਸ ਮੁਲਕ ਦੇ ਵਿੱਚ ਅਗਰ ਕਿਸੇ ਕਿਸਮ ਦੀ ਉਹਦੇ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੈ ਜਾਂ ਉਸ ਦੇ ਨਾਲ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਉਹ ਅਮਰੀਕਾ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਏਲੀਅਨ ਰਾਈਟਸ ਐਕਟ ਜਾਂ ਏਲੀਅਨ ਟਾਰਟਸ ਸਿਸਟਮ ਦੇ ਅਧੀਨ ਉਹ ਮੁਕੱਦਮਾ ਦਰਜ ਕਰ ਸਕਦਾ ਹੈ ਔਰ ਇੱਥੋਂ ਦੀ ਅਦਾਲਤ ਉਸ ਦਾ ਨੋਟਿਸ ਲੈ ਸਕਦੀ ਹੈ। ਇੱਕ ਬਹੁਤ ਹੀ ਵਿਚਿੱਤਰ ਪਰ ਬਹੁਤ ਹੀ ਗੰਭੀਰ ਐਕਟ ਹੈ। ਤਕਰੀਬਨ 200 ਸਾਲ ਤੱਕ ਇਹ ਐਕਟ ਵਰਤੋਂ ਵਿੱਚ ਨਹੀਂ ਆਇਆ, ਪਰ ਪਿੱਛੇ ਜਿਹੇ ਇਸ ਨੂੰ ਜਦੋਂ ਵਰਤੋਂ ਵਿੱਚ ਲਿਆਂਦਾ ਗਿਆ, ਕੋਈ ਬਹੁਤ ਜ਼ਿਆਦਾ ਮੁਕੱਦਮੇ ਵੀ ਇਸ ਸੈਕਸ਼ਨ ਦੇ ਅੰਡਰ, ਇਸ ਐਕਟ ਦੇ ਅਧੀਨ ਦਰਜ ਨਹੀਂ ਹੋਏ। ਪਰ ਸਿੱਖਸ ਫਾਰ ਜਸਟਿਸ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇਹ ਮੁਕੱਦਮਾ ਦਰਜ ਕੀਤਾ ਔਰ ਡਿਸਟ੍ਰਿਕਟ ਕੋਰਟ ਵਿਸਕਾਂਸਨ ਦੀ ਅਦਾਲਤ ਨੇ ਇਹ ਮੁਕੱਦਮਾ ਦਰਜ ਕਰ ਲਿਆ, ਪਰ ਉਹ ਮੁਕੱਦਮਾ ਖਾਰਿਜ ਹੋ ਗਿਆ ਕਿ ਨੋਟਿਸ, ਸੰਮਨ ਤਾਮੀਲ ਨਹੀਂ ਹੋਏ, ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਹੋਇਆ। ਗੰਭੀਰ ਪ੍ਰਸ਼ਨ ਇਹ ਉੱਠੇਗਾ ਕਿ ਹੁਣ ਤਾਂ ਕਿਸੇ ਵਜ੍ਹਾ ਕਰਕੇ, ਤਕਨੀਕੀ ਕਾਰਨਾਂ ਕਰਕੇ ਉਹ ਮੁਕੱਦਮਾ ਖਾਰਿਜ ਹੋ ਗਿਆ, ਪਰ ਕੀ ਇਹ ਐਕਟ ਦੇ ਅਧੀਨ ਮੁਕੱਦਮਾ ਦਰਜ ਹੋਣਾ ਚਾਹੀਦਾ? ਕੀ ਇਸ ਦੇ ਆਸਾਰ ਕੀ ਹੋਣਗੇ, ਇਸ ਦੇ ਨਤੀਜੇ ਕੀ ਹੋਣਗੇ? ਔਰ ਇਹ ਸਾਰੇ ਪ੍ਰਸ਼ਨਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ ਔਰ ਤੁਹਾਡੇ ਵਿਚਾਰ ਇਹਦੇ ਤੇ ਲਵਾਂਗੇ। ਇਸ ਤੋਂ ਪਹਿਲੇ ਇੱਕ ਦੋ ਛੋਟੀਆਂ-ਛੋਟੀਆਂ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਵਿਚਾਰਨੀਆਂ ਚਾਹਾਂਗੇ। ਪਹਿਲੀ ਹੈ ਕਿ ਜਲੰਧਰ, ਫਗਵਾੜਾ, ਦਰਅਸਲ ਫਗਵਾੜਾ ਪਰ ਜਲੰਧਰ ਦਾ ਇਲਾਕਾ ਕਿਹਾ ਜਾ ਸਕਦਾ ਹੈ, ਜੁੜਦੇ ਇਲਾਕੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿਹੜੇ ਕੁਝ ਸਾਲਾਂ ਦੇ ਵਿੱਚ ਹੀ ਬਹੁਤ ਵੱਡੀ ਤਰੱਕੀ ਕਰਕੇ ਇੱਕ ਬਹੁਤ ਵੱਡੇ ਵਿਸ਼ਵ ਵਿਦਿਆਲੇ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ। ਉਹ ਤਕਨੀਕੀ ਯੂਨੀਵਰਸਿਟੀ, ਟੈਕਨੀਕਲ ਯੂਨੀਵਰਸਿਟੀ, ਬਹੁਤ ਵੱਡੀ ਸਕੇਲ ਦੇ ਉੱਤੇ, ਜਿਹਨੇ ਸੈਂਕੜੇ ਏਕੜ ਜ਼ਮੀਨ ਦੇ ਵਿੱਚ ਪਸਰੀ ਹੋਈ, ਉਹ ਯੂਨੀਵਰਸਿਟੀ ਜਿਹੜੀ ਵੱਖ-ਵੱਖ ਕਿੱਤਿਆਂ ਦੀ, ਵੱਖ-ਵੱਖ ਇੰਜੀਨੀਅਰਿੰਗ ਦੇ
ਉਹਨਾਂ ਵਿਸ਼ਿਆਂ ਦੇ ਉੱਤੇ ਪੜ੍ਹਾਈ ਕਰਾਉਂਦੀ ਹੈ ਔਰ ਉਸ ਦੀ ਕਨਵੋਕੇਸ਼ਨ ਸੀ ਕੱਲ ਔਰ ਉਸ ਕਨਵੋਕੇਸ਼ਨ ਦੇ ਵਿੱਚ ਜਿਹਦੇ ਵਿੱਚ ਸਾਲਾਨਾ ਜਿਹੜੇ ਵਿਦਿਆਰਥੀ ਪਾਸ ਹੋਏ ਹਨ ਉਹਨਾਂ ਨੂੰ ਉਹਨਾਂ ਦੀਆਂ ਸਨਦ ਡਿਗਰੀਆਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਸੀ ਔਰ 7300 ਤੋਂ ਵੱਧ ਵਿਦਿਆਰਥੀਆਂ ਨੂੰ ਉਹ ਡਿਗਰੀਆਂ ਦਿੱਤੀਆਂ ਗਈਆਂ ਔਰ ਇਹ ਮਾਣਕ ਸਨਦ ਦੇਣ ਲਈ ਡਿਗਰੀਜ਼ ਦੇਣ ਲਈ ਕਨਵੋਕੇਸ਼ਨ ਦੇ ਵਿੱਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਮੀਦ ਕਰਜ਼ਈ ਉੱਥੇ ਆਏ ਔਰ ਉਹਨਾਂ ਦੇ ਨਾਲ ਭਾਰਤ ਦੇ ਰਾਸ਼ਟਰਪਤੀ ਵੀ ਉੱਥੇ ਆਏ। ਪ੍ਰਣਬ ਮੁਖਰਜੀ ਵੀ ਸਨ ਔਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਸਦਰ ਹਮੀਦ ਕਰਜ਼ਈ ਉੱਥੇ ਪਹੁੰਚੇ। ਉਹਨਾਂ ਨੂੰ ਵੀ ਆਨਰਰੀ ਡਿਗਰੀ ਡਾਕਟਰੇਟ ਦੀ ਦਿੱਤੀ ਗਈ। ਹਮੀਦ ਕਰਜ਼ਈ ਹੁਣ ਡਾਕਟਰ ਹਮੀਦ ਕਰਜ਼ਈ ਹੋ ਗਏ। ਸੋ ਉਹ ਜਿਹੜੀ ਯੂਨੀਵਰਸਿਟੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਨਾਲ ਹੀ ਉਹਨਾਂ ਦੇ ਜਦੋਂ ਉੱਥੇ ਪਹੁੰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਔਰ ਨਾਲ ਹੀ ਉਹਨਾਂ ਦੇ ਪੰਜਾਬ ਦੇ ਗਵਰਨਰ ਸ਼ਿਵਰਾਜ ਵੀ ਪਾਟਿਲ ਵੀ ਉੱਥੇ ਮੌਜੂਦ ਸਨ। ਪਰ ਇਸ ਸਮਾਗਮ ਦੇ ਵਿੱਚ ਹਾਲਾਂ ਅਕੈਡਮਿਕ ਸਮਾਗਮ ਸੀ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਐਸੀ ਗੱਲ ਕਹੀ ਜਿਹੜੀ ਹੈ ਤਾਂ ਸੱਚ ਸੀ ਪਰ ਕੌੜਾ ਸੱਚ ਸੀ ਔਰ ਕੂਟਨੀਤਕ ਹਲਕਿਆਂ ਦੇ ਵਿੱਚ ਉਹਨਾਂ ਦੇ ਇਸ ਬਿਆਨ ਦੇ ਨਾਲ ਬਹੁਤ ਵੱਡੀ ਖਲਬਲੀ ਜੀ ਪੈ ਗਈ ਔਰ ਬਹੁਤ ਡਿਪਲੋਮੈਟਿਕ ਪੱਧਰ ਦੇ ਉੱਤੇ ਉਸ ਨੂੰ ਕਿਹਾ ਗਿਆ ਕਿ ਡਿਸਟਰਬੈਂਸ ਟਰਬੂਲੈਂਸ ਜਿਹੜੀ ਹੈ ਉਹ ਤੂਫਾਨ ਖੜਾ ਹੋ ਗਿਆ। ਉਹਨਾਂ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਹਮੀਦ ਕਰਜ਼ਈ ਨੂੰ ਕਿ ਤੁਹਾਡੇ ਦੇਸ਼ 'ਚੋਂ ਪੰਜਾਬ ਦੇ ਵਿੱਚ ਪਾਬੰਦੀਸ਼ੁਦਾ ਕੰਟਰਾਬੈਂਡ ਨਸ਼ੇ ਹੈਰੋਇਨ ਅਤੇ ਹੋਰ ਡਰੱਗਸ ਜਿਹੜੀਆਂ ਹੈ ਉਹ ਪੰਜਾਬ ਦੇ ਵਿੱਚ ਪਹੁੰਚਦੀਆਂ ਹਨ ਔਰ ਜਿਹੜੀਆਂ ਇੱਥੋਂ ਦੀ ਜਵਾਨੀ ਨੂੰ ਬਰਬਾਦ ਕਰ ਰਹੀਆਂ ਹਨ। ਇਹ ਇਸ ਤਰ੍ਹਾਂ ਦਾ ਇੱਕ ਸਿੱਧਾ ਹੀ ਇਲਜ਼ਾਮ ਉਹਨਾਂ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਮੀਦ ਕਰਜ਼ਈ ਇੱਕ ਰਾਸ਼ਟਰਪਤੀ ਦੇ ਉੱਤੇ ਇਸ ਸਮਾਗਮ ਦੇ ਵਿੱਚ ਲਗਾ ਦੇਣਾ। ਹਾਲਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਨੂੰ ਬੜੀ ਹੈਰਾਨੀ ਦੇ ਨਾਲ ਔਰ ਇੱਕ ਪਰੇਸ਼ਾਨੀ ਦੇ ਨਾਲ ਇਸ ਨੂੰ ਵੇਖਿਆ ਜਾ ਰਿਹਾ ਹੈ ਕਿ ਇਹ ਬਿਆਨ ਸਹੀ ਹੈ। ਇੱਕ ਮਹਿਮਾਨ ਸਦਰ ਮਹਿਮਾਨ ਰਾਸ਼ਟਰਪਤੀ ਉਹਨਾਂ ਦੀ ਆਮਦ ਦੇ ਉੱਤੇ ਜਿਹੜੇ ਕਿਸੇ ਖਾਸ ਮੌਕੇ ਦੇ ਉੱਤੇ ਆਏ ਹਨ ਔਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਗਾ ਦੇਣਾ ਕਿ ਤੁਹਾਡੀ ਸਰਕਾਰ ਦੇ ਕੋਲੋਂ ਤੁਹਾਡੇ ਦੇਸ਼ ਵਿੱਚੋਂ ਇੱਕ ਅਪਰਾਧਿਕ ਗਤੀਵਿਧੀਆਂ ਜਾਰੀ ਹਨ। ਅਪਰਾਧਿਕ ਗਤੀਵਿਧੀਆਂ ਦੇ ਨਾਲ ਜਿਹੜੀਆਂ ਕੰਟਰਾਬੈਂਡ ਡਰੱਗਸ ਹਨ ਹੈਰੋਇਨ ਹੈ ਉਹਨਾਂ ਦੀ ਤਸਕਰੀ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਪੰਜਾਬ ਦੀ ਜਵਾਨੀ ਜੋ ਬਰਬਾਦ ਹੋ ਰਹੀ ਹੈ ਉਸ ਦਾ ਕਾਰਨ ਤੁਹਾਡੇ ਦੇਸ਼ 'ਚੋਂ ਖੁੱਲ੍ਹੇਆਮ ਇਸ ਤਰ੍ਹਾਂ ਦੇ ਨਸ਼ੇ ਔਰ ਇਹ ਗੈਰ ਕਾਨੂੰਨੀ ਤਸਕਰੀ ਔਰ ਗੈਰ ਕਾਨੂੰਨੀ ਅਪਰਾਧਿਕ ਗਤੀਵਿਧੀਆਂ ਦਾ ਹੋਣਾ ਇਹ ਉਹਦਾ ਵੱਡਾ ਕਾਰਨ ਹੈ। ਸੋ ਇਸ ਨੇ ਕਾਫੀ ਰਾਜਨੀਤਿਕ ਹਲਕਿਆਂ ਦੇ ਵਿੱਚ ਖਲਬਲੀ ਮਚਾਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਇਸ ਦਾ ਅਸਰ ਕੀ ਪੈਂਦਾ ਹੈ। ਪਰ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਕਿ ਵਿਦਿਅਕ ਪੱਧਰ ਦੇ ਉੱਤੇ ਭਾਵੇਂ ਵਿਦਿਆ ਦਾ ਪਸਾਰਾ ਵਿਦਿਆ ਦਾ ਪ੍ਰਸਾਰਣ ਕਰਨਾ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਹੁਣ ਜਿਵੇਂ ਗਲੋਬਲਾਈਜੇਸ਼ਨ ਹੋ ਰਹੀ ਹੈ ਜਿਵੇਂ ਦੂਜੇ ਮੁਲਕਾਂ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਜ਼ ਔਰ ਪ੍ਰਾਈਵੇਟ ਅਦਾਰੇ ਜਿਹੜੇ ਹਨ ਜਿਹੜੇ ਬਹੁਤ ਵੱਡੇ ਵੱਡੇ ਵਿਦਿਅਕ ਅਦਾਰੇ ਖੁੱਲ੍ਹ ਰਹੇ ਹਨ ਉਹ ਉਸੇ ਤਰਜ਼ ਦੇ ਉੱਤੇ
पंजाब दे विच भी वख-वख स्कूल कॉलेज और इस किस्म दी यूनिवर्सिटियां दा बनना एक बहुत वड्डी गल है। होर तां होर हुण खालसा कॉलेज अमृतसर नूं भी उन्हां ने ऑटोनोमस बॉडी दा दर्जा प्राप्त हो चुका है, जिहड़ी कि बहुत वड्डी एक प्राप्ति कही जा सकती है। पर इस दा जिहड़ा दूसरा पक्ष है कि ये जिहड़ियां प्राइवेट यूनिवर्सिटीज़ हन, कुदरती तौर दे उत्ते इन्हां दा मंशा, इहदे पिछे जिहड़ी भावना है वो कोई चैरिटेबल या उस तरह की नहीं है। इन्हां दी भावना कुदरती तौर दे उत्ते इसनूं एक वपारक अदारे दे तौर दे उत्ते काम करन दी है। जेकर विद्या दा इस किस्म का वपारीकरण हो जाता है, ये ठीक है कि उस दे विच जिहड़ी विद्या प्रदान की जाएगी वो काफ़ी महंगी होएगी और उसनूं हर किसी दे वस विच नहीं होएगा उसनूं प्राप्त करना। यही कारण है कि अज तो कुछ साल पहले तक मैडिकल कॉलेजां दे विच, इंजीनियरिंग कॉलेजां दे विच बहुत घट आमदन वाले, बहुत घट वित्ती स्रोत वाले बच्चे भी वो पढ़ के वड्डियां वड्डियां डिग्रियां और वड्डे वड्डे अहुदे हासिल कर लैंदे सी। पर हुण जिस तरह का पूरा वपारीकरण हो चुका है, छोटे स्कूलों नूं भी बंद किया जा रहा है, विद्यक अदारे बंद किए जा रहे हैं, तां फिर की ये लगता है कि एक नवी किस्म की होर मसले खड़े करेगा, जिथे विद्या जिहड़ा एक मुढ़ला अधिकार है, भावें वो बच्चे लायक होण, भावें वो उसदे योग होण, पर चूंकि इन्हां दीयां फीसां, इन्हां दे खर्चे इतने ज़्यादा होणगे कि वो उसनूं नहीं दे सकते, उसनूं एफोर्ड नहीं कर सकते। पर फिर भी ये इतने वड्डे पद्धर दे उत्ते, इतने वड्डे पैमाने दे उत्ते एक निजी संस्था वालों, निजी वपारक अदारे वालों, जिसका बिजनेस इंटरस्ट सी पंजाब दे विच और जिन्हां दी शुरुआत बड़े छोटे जे पद्धर दे उत्ते होई, एक दुकान तो उठदियां उठदियां इन्हां ने वपारक अदारे खोले और उसके बाद इस संस्था ने इतनी वड्डी यूनिवर्सिटी बना लैनी, एक बहुत वड्डी प्राप्ति कही जा सकती है। और जिस दे विच हज़ारां दी गिणती दे विच बच्चे विद्या हासिल कर रहे हैं और ना केवल पंजाब दे विचों ही बल्कि तकरीबन देश के सारे हिस्सियां चों और दूजियां थावां तो भी उत्थे वो विद्यार्थी विद्या प्राप्त कर रहे हैं। सो ये उस अदारे दी जो कामयाबी है और उसकी कन्वोकेशन होनी और दो राष्ट्रपति, दो मुल्कां दे राष्ट्रपति का शामिल होना, या तो उस संस्था की अपनी अहमियत नूं दर्शाता है तो या फिर ये दर्शाता है कि उन्हां दा कितना कर रसूख है कि वो राष्ट्रपति नूं भी प्रेरित कर सकते हैं कि वो इन्हां दे शामिल प्रोग्राम में शामिल होण और ना केवल भारत के राष्ट्रपति नूं बल्कि अफगानिस्तान के राष्ट्रपति नूं भी शामिल होण लई प्रेरित कर सकण। बल्कि आने वाले समय दे विच चूंकि इस खित्ते दे विच जो कुछ हालात हैं, जिस तरह की डिवेलपमेंट्स चल रही हैं, गुआढ़ी मुल्क दे विच भी चोणां दे माहौल दे बाद पाकिस्तान, अफगानिस्तान और हिंदुस्तान ये एक ऐसा तिकोण है जिन्हां दी अपनी महत्ता है और अफगानिस्तान एक बहुत वड्डा रोल अदा कर सकता है और इन्हां दा आपस दे विच इस किस्म की इस पद्धर दे उत्ते मेल जोल हो के ये शामिल होना एक सार्थक कदम कहा जा सकता है। सो तुसी अपने विचार जरूर देना कि की पहली गल ये प्राइवेट यूनिवर्सिटियां बननियां चाहिदियां हन, जिहड़ियां महंगियां तो सही पर चंगियां हन, यानी कि विद्या वो हासिल करे जिहड़ा लै सके, जिहड़ा एफोर्ड कर सके, या सारियां लई होनी चाहिदी है। एक बड़ा मुढ़ला सवाल है
ਕੱਲ੍ਹ ਨੂੰ ਜਿਵੇਂ ਇੱਥੇ ਹੈ ਵਿਦਿਆ ਹਾਸਲ ਕਰਨੀ ਇੱਕ ਲਗਜ਼ਰੀ ਬਣ ਜਾਂਦੀ ਹੈ, ਹਰ ਕੋਈ ਹਾਸਲ ਵੀ ਨਹੀਂ ਕਰ ਸਕਦਾ। ਔਰ ਦੂਸਰਾ ਪ੍ਰਸ਼ਨ ਕਿ ਆਏ ਹੋਏ ਮਹਿਮਾਨ ਦੇ ਕੋਲ ਇਸ ਤਰ੍ਹਾਂ ਦੇ ਇਲਜ਼ਾਮ ਇਸ ਪੱਧਰ ਦੇ ਉੱਤੇ ਔਰ ਇਸ ਪਲੇਟਫਾਰਮ ਤੋਂ ਦੇ ਦੇਣੇ ਕਿ ਤੁਹਾਡੇ ਮੁਲਕ ਵਿੱਚ ਚੱਲ ਰਹੀਆਂ ਗੈਰ ਕਾਨੂੰਨੀ ਔਰ ਅਪਰਾਧਕ ਗਤੀਵਿਧੀਆਂ ਦਾ ਸਾਡੇ ਮੁਲਕ ਤੇ ਅਸਰ ਪੈਂਦਾ ਹੈ, ਸਾਡੇ ਸੂਬੇ ਤੇ ਅਸਰ ਪੈਂਦਾ ਹੈ, ਇਹ ਭਾਰਤ ਦੇ ਡਿਪਲੋਮੈਟਿਕ ਚੈਨਲਸ ਨੂੰ ਇੱਕ ਪਾਸੇ ਕਰਦਿਆਂ ਹੋਇਆਂ, ਦਰਕਿਨਾਰ ਕਰਦਿਆਂ ਹੋਇਆਂ ਇਸ ਤਰ੍ਹਾਂ ਦਾ ਇਤਨਾ ਸਖਤ ਬਿਆਨ, ਇਸ ਦੇ ਕੀ ਪ੍ਰਤੀਕਰਮ ਹੋ ਸਕਦੇ ਹਨ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਆਪ ਜੀ ਨੂੰ ਅਸੀਂ ਜਾਣਕਾਰੀ ਦਿੱਤੀ ਹੈ ਕਿ ਵਿਸਕੌਨਸਨ ਦੀ ਡਿਸਟ੍ਰਿਕਟ ਕੋਰਟ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕੀਤਾ ਹੋਇਆ ਮੁਕੱਦਮਾ, ਜੋ ਕਿ ਏਲੀਅਨ ਟਾਰਟਸ ਐਕਟ 1799 ਤਕਰੀਬਨ 250 ਸਾਲ ਪੁਰਾਣੇ ਐਕਟ ਦੇ ਅਧੀਨ ਜਿਹੜਾ ਮੁਕੱਦਮਾ ਦਰਜ ਕੀਤਾ ਸੀ, ਕਿ ਉਸ ਦੇ ਵਿੱਚ ਇਲਜ਼ਾਮ ਇਹ ਸੀ ਕਿ ਪੰਜਾਬ ਦੇ ਵਿੱਚ ਕੁਝ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਔਰ ਉਹ ਜਿਹੜੇ ਹਿਊਮਨ ਰਾਈਟਸ ਦੀਆਂ ਵਾਇਓਲੇਸ਼ਨਸ ਦੇ ਐਕਟ ਜਿਹੜਾ 250 ਸਾਲ ਪਹਿਲੇ ਅਮਰੀਕਾ ਦੇ ਵਿੱਚ ਪਾਸ ਹੋਇਆ ਸੀ, ਪਰ ਹੁਣੇ ਜਿਹੇ ਉਸ ਨੂੰ ਇੱਥੇ ਲਾਗੂ ਹੋਣਾ ਸ਼ੁਰੂ ਹੋਇਆ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਦੋਂ ਇੱਥੇ ਅਮਰੀਕਾ ਵਿੱਚ ਪਹੁੰਚੇ ਤਾਂ ਵਿਸਕੌਨਸਨ ਦੇ ਕੋਲ ਓਕ ਕ੍ਰੀਕ ਦੀ ਜਦੋਂ ਘਟਨਾ ਵਾਪਰੀ ਤਾਂ ਉਸ ਦੇ ਵਿੱਚ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ, ਪਰ ਅਦਾਲਤ ਦੇ ਉਸ ਦੇ ਤੇ ਅਸੀਂ ਵਿਸਥਾਰ ਸਹਿਤ ਗੱਲ ਕਰਾਂਗੇ। ਪਰ ਮੁੱਦਾ ਇਹ ਹੈ, ਮੁਖਤਸਰ ਇਹ ਹੈ ਕਿ ਉਹ ਜਿਹੜਾ ਸੰਮਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਸਰਵ ਹੋਣਾ ਚਾਹੀਦਾ ਸੀ, ਉਹ ਕੋਰਟ ਦੇ ਅਫਸਰ ਵੱਲੋਂ ਜਾਂ ਜਿਨ੍ਹਾਂ ਅਧਿਕਾਰੀਆਂ ਵੱਲੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਜਾਣਾ ਸੀ, ਉਹ ਕਿਸੇ ਹੋਰ ਨੂੰ ਸਰਵ ਹੋ ਗਿਆ ਔਰ ਇਸ ਦੀ ਬਿਨਾ ਦੇ ਉੱਤੇ ਕਿ ਬਾਦਲ ਸਾਹਿਬ ਦੇ ਉੱਤੇ ਨੋਟਿਸ ਨਹੀਂ ਸਰਵ ਹੋਇਆ, ਉਹ ਮੁਕੱਦਮਾ ਖਾਰਜ ਹੋ ਗਿਆ। ਸਾਡੇ ਨਾਲ ਜੁੜੇ ਹਨ ਲਾਈਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਓਂਕਾਰ ਸਿੰਘ ਜੀ ਥਾਪਰ, ਜਿਹੜੇ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ ਔਰ ਦਿੱਲੀ ਗੁਰਦੁਆਰਾ ਕਮੇਟੀ ਦੇ ਬਹੁਤ ਅਹਿਮ ਮੈਂਬਰ ਹਨ ਔਰ ਦਿੱਲੀ ਦੇ ਉੱਘੇ ਸਰਕਰਦਾ ਲੀਡਰ ਹਨ, ਹੁਣ ਤੋਂ ਨਹੀਂ ਤਕਰੀਬਨ ਪਿਛਲੇ 40 ਸਾਲ ਤੋਂ। ਥਾਪਰ ਸਾਹਿਬ, ਇਸ ਪ੍ਰੋਗਰਾਮ ਵਿੱਚ ਜੁੜਨ ਲਈ ਤੁਹਾਡਾ ਨਿੱਘਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ ਜੀ। ਥਾਪਰ ਸਾਹਿਬ, ਸਿਰਫ ਇਹ ਦੱਸੋ ਕਿ ਇਹ ਜਿਹੜਾ ਮੁਕੱਦਮਾ ਸਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਖਾਰਜ ਹੋ ਗਿਆ, ਜਿਹੜਾ ਦਰਜ ਹੋਇਆ ਸੀ ਉਹ ਖਾਰਜ ਹੋ ਗਿਆ, ਤੁਹਾਡਾ ਇਹਦੇ ਤੇ ਮੁਖਤਸਰ ਕੀ ਪ੍ਰਤੀਕਰਮ ਹੈ? ਮੈਂ ਇਸ ਦੀ ਲੀਗੈਲਿਟੀ 'ਚ ਨਹੀਂ ਜਾਂਦਾ ਜੀ, ਮੈਂ ਸਿਰਫ ਸੰਸਾਰ ਭਰ ਦੇ ਪੰਜਾਬੀਆਂ ਨੂੰ ਜੀ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਇੱਕ ਸੱਚਾ ਤੇ ਸੁੱਚਾ ਪੰਜਾਬ ਦਾ ਸੇਵਕ ਜਿਹਨੇ ਇੱਕ ਡਿਟਰਮਿਨ ਕੀਤਾ ਹੈ ਕਿ ਰਾਜ ਨਹੀਂ ਸੇਵਾ, ਜਿਹਨੇ 18 ਸਾਲ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਗੁਜ਼ਾਰ ਕੇ ਮਨੁੱਖਤਾ ਦੀ ਸੇਵਾ ਕੀਤੀ, ਉਹਦਾ ਕੇਸ ਬਰੀ ਹੋ ਗਿਆ। ਮੈਂ ਸੰਸਾਰ ਭਰ ਦੇ ਪੰਜਾਬੀਆਂ ਨੂੰ ਤੇ ਲਾਈਕ ਮਾਈਂਡਡ ਜਿਹੜੇ ਵੀ ਉਹਨਾਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਜੀ। ਇਸ ਤਰ੍ਹਾਂ ਥਾਪਰ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਲੀਗੈਲਿਟੀ ਦੇ ਵਿੱਚ ਤੁਸੀਂ ਨਹੀਂ ਜਾਣਾ ਚਾਹੁੰਦੇ ਔਰ ਨਾ ਹੀ ਜਾ ਸਕਦੇ ਹੋ, ਕਿਉਂਕਿ ਕਾਨੂੰਨੀ ਪੱਖ ਤਾਂ ਇਹਦੇ ਬਹੁਤ ਗੰਭੀਰ ਹੋਣਗੇ। ਪਰ ਇਹ ਮੁਕੱਦਮਾ ਖਾਰਜ ਹੋਣ ਦਾ ਕਾਰਨ ਇਹ ਹੋਇਆ ਸਿਰਫ ਕਿ ਉਹ ਸੰਮਨ ਹੀ ਨਹੀਂ ਸਰਵ ਹੋਏ। ਜੇਕਰ ਕਿਧਰੇ ਸਰ ਪ੍ਰਕਾਸ਼ ਸਿੰਘ ਦੇ ਉੱਤੇ ਉਹ ਸੰਮਨ ਦਰਜ ਹੋ ਜਾਂਦੇ, ਸਰਵ ਹੋ ਜਾਂਦੇ, ਫਿਰ ਉਹਨਾਂ ਨੂੰ ਇੱਥੇ ਦੀਆਂ ਤਰੀਕਾਂ ਭੁਗਤਣੀਆਂ ਪੈਣੀਆਂ ਸੀ ਔਰ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਗਏ ਸੀ, ਉਹਨਾਂ ਦਾ ਇੱਥੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਸੀ, ਜਿਹੜੀ ਕਿ ਇੱਕ ਬੜੀ ਇੰਬੈਰਸਿੰਗ ਔਰ ਬੜੀ ਇੱਕ ਅਜੀਬ ਜੀ ਹਾਲਤ ਬਣਨੀ ਸੀ। ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਗੱਲ ਇਹ ਹੈ ਕਿ ਕਹਿੰਦੇ ਆ ਨਾ, ਕੁਦਰਤ ਹੈ ਜੀ, ਰੱਬ ਹੈਗਾ, ਜਿਹੜਾ ਸੱਚੀ ਤੇ ਸੁੱਚੀ ਸੇਵਾ ਕਰ ਰਿਹਾ ਹੈ
ਉਹਦਾ ਕੋਈ ਨਾ ਕੋਈ ਬਹਾਨਾ ਬਣਦਾ ਉਹਦੇ ਵਿੱਚੋਂ ਨਿਕਲਣ ਲਈ। ਹੁਣ ਇੱਕ ਸਮਨ ਨਹੀਂ ਸਰਵ ਹੋਏ, ਮੁਕੱਦਮਾ ਖਾਰਜ ਹੋ ਗਿਆ। ਤੇ ਇਸੇ ਤਰ੍ਹਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੇ ਇਹ ਹੁੰਦਾ ਇੰਝ ਹੁੰਦਾ, ਜੇ ਪੰਜਾਬ 'ਚ ਆਤੰਕਵਾਦ ਹੁਣ ਤੱਕ ਹੁੰਦਾ ਫਿਰ ਕੀ ਹਾਲਤ ਹੁੰਦੀ, ਜੇ ਭਿੰਡਰਾਂ ਵਾਲਾ ਜਿੰਦਾ ਹੁੰਦਾ ਤਾਂ ਕੀ ਗੱਲ ਹੁੰਦੀ, ਜੇ ਜਿਹਨੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਨੂੰ ਪਹਿਲੇ ਮਾਰ ਦਿੰਦਾ। ਇਹ ਤੇ ਸਭ ਆਕਾਸ਼ ਰਾਈਆਂ ਨੇ। ਲੇਕਿਨ ਗੱਲ ਇਹ ਹੈ ਕਿ ਤੁਸੀਂ ਵਧਾਈ ਲਓ ਤੇ ਮਠਾਈ ਖਾਓ, ਹੋਰ ਤੀਜੀ ਗੱਲ ਕਰਨ ਦੀ ਕੋਈ ਲੋੜ ਨਹੀਂ। ਜੀ ਥਾਪਰ ਸਾਹਿਬ, ਮੈਂ ਜਿਹੜੀ ਹੈ ਸਿਰਫ ਅਸੀਂ ਕਿਆਸ ਹਰਾਈ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਜਿਹੜਾ ਇਹਦੇ ਵਿੱਚ ਇਹ ਐਕਟ ਹੈ ਤਕਰੀਬਨ 250 ਸਾਲ ਪੁਰਾਣਾ, ਉਸ ਐਕਟ ਦੀ ਇਹ ਧਾਰਾ ਹੈਗੀ ਹੈ ਕਿਉਂਕਿ ਬਹੁਤ ਗੰਭੀਰ ਹੈ। ਤਾਂ ਮੈਂ ਕਿਉਂਕਿ ਤੁਸੀਂ ਕੌਮੀ ਪ੍ਰਧਾਨ ਹੋ, ਤੁਸੀਂ ਇਹਨੂੰ ਦਰਕਿਨਾਰ ਨਹੀਂ ਕਰ ਸਕਦੇ। ਇਸ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਕਿਸੇ ਵੀ ਵਿਅਕਤੀ ਦੇ ਉੱਤੇ ਮੁਕੱਦਮਾ ਦਰਜ ਹੋ ਸਕਦਾ ਹੈ ਜੇ ਪਿੱਛੇ ਉਸ ਦੇ ਮੁਲਕ ਦੇ ਵਿੱਚ ਉਹਦੇ ਨਾਲ ਕੋਈ ਜ਼ਿਆਦਤੀ ਹੋਈ ਹੈ। ਹੁਣ ਐਤਕੀ ਇਹ ਮੁਕੱਦਮਾ ਇਸ ਕਰਕੇ ਦਰਜ ਹੋਇਆ, ਇਹਦਾ ਮਤਲਬ ਇਹ ਹੋ ਗਿਆ ਕਿ ਕੱਲ ਨੂੰ ਕੋਈ ਵੀ ਵਿਅਕਤੀ ਇੱਥੇ ਆਂਦਾ ਹੈ ਜਾਂ ਉਹ ਦੁਬਾਰਾ ਇੱਥੇ ਆਣਗੇ ਤੇ ਉਹਨਾਂ ਦੇ ਉੱਤੇ ਨੋਟਿਸ ਸਰਵ ਹੋ ਸਕਦਾ, ਫਿਰ ਇਹ ਮੁਕੱਦਮਾ ਸ਼ੁਰੂ ਹੋ ਜਾਏਗਾ। ਮੈਂ ਇਹਦੇ ਵਿੱਚ ਇਹ ਪੁੱਛਣਾ ਚਾਹੁੰਦਾ, ਜਿਹੜੀ ਮੇਰੀ ਜਾਣਕਾਰੀ ਲਈ, ਕਿ ਮੁੱਖ ਮੰਤਰੀ ਦਾ ਅਹੁਦਾ, ਪ੍ਰਧਾਨ ਮੰਤਰੀ ਦਾ ਅਹੁਦਾ, ਕਿਸੇ ਮੰਤਰੀ ਦਾ ਅਹੁਦਾ ਭਾਰਤ ਦੇ ਵਿੱਚ ਇੱਕ ਆਈਨੀ ਕਾਂਸਟੀਟਿਊਸ਼ਨਲ ਇੱਕ ਅਹੁਦਾ ਹੈ, ਉਹਨਾਂ ਦੀ ਸਹੁੰ ਆਪਣੇ ਕਾਂਸਟੀਟਿਊਸ਼ਨ ਪ੍ਰਤੀ ਹੁੰਦੀ ਹੈ। ਕੀ ਉਹ ਅਥਾਰਟੀ ਦੂਸਰੇ ਮੁਲਕ ਦੀ ਕਿਸੇ ਅਦਾਲਤ ਦੇ ਅੱਗੇ ਆਪਣੇ ਆਪ ਨੂੰ ਜਵਾਬਦੇਹ ਹੋ ਸਕਦੀ ਹੈ? ਕੀ ਕਦੇ ਸੋਚਿਆ ਜਾ ਸਕਦਾ ਹੈ ਬਠਿੰਡੇ ਦੀ ਕੋਰਟ ਇੱਥੋਂ ਦੇ ਸੈਕਟਰੀ ਆਫ ਸਟੇਟ ਨੂੰ ਜਾਂ ਕਿਸੇ ਉੱਚ ਅਹੁਦੇ ਦੇ ਉੱਤੇ ਬਿਰਾਜਮਾਨ ਕਿਸੇ ਅਫਸਰ ਨੂੰ ਉੱਥੇ ਦੀ ਅਦਾਲਤ ਨੋਟਿਸ ਦੇ ਦੇਵੇ ਕਿ ਤੁਸੀਂ ਅਮਰੀਕਾ ਦੇ ਵਿੱਚ ਇਹ ਉਹਦੇ ਤੇ ਤਸ਼ੱਦਦ ਕੀਤਾ? ਅਸਲ ਵਿੱਚ ਦੂਜੇ ਦੇਸ਼ਾਂ ਦੀ ਕੋਰਟ ਨੂੰ ਇਹ ਕਾਨੂੰਨ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਤੇ ਨਾ ਕਿਸੇ ਦੇ ਖਿਲਾਫ ਮੁਕੱਦਮੇ ਚਲਾਉਣੇ ਚਾਹੀਦੇ ਨੇ। ਇਹ ਕੁਝ ਚੱਲਦਾ ਹੈ, ਜੇ ਉਸ ਦੇਸ਼ ਦਾ ਕੋਈ ਬੰਦਾ ਵਸਿੰਦਾ ਹੈ, ਉਸ ਦੇਸ਼ 'ਚ ਰਹਿੰਦਾ ਹੈ, ਕੋਈ ਕਾਰਵਾਈ ਕੋਈ ਗੱਲ ਹੁੰਦੀ ਹੈ। ਹੁਣ ਦੇਖੋ ਪ੍ਰੋਫੈਸਰ ਭੁੱਲਰ ਹੈ ਜੀ, ਤੇ ਪ੍ਰੋਫੈਸਰ ਭੁੱਲਰ ਜਰਮਨੀ ਦਾ ਰਹਿਣ ਵਾਲਾ ਸੀ ਜੀ, ਤੇ ਉਹਨੇ ਇੰਡੀਆ 'ਚ ਆ ਕੇ ਵਾਰਦਾਤ ਕੀਤੀ, ਫਿਰ ਜਰਮਨੀ ਚਲਾ ਗਿਆ ਜੀ। ਜਰਮਨੀ ਗਵਰਨਮੈਂਟ ਨੇ ਇੰਡੀਆ ਨੂੰ ਹੈਂਡਓਵਰ ਕੀਤਾ ਜੀ, ਤੇ ਉਹ ਜਰਮਨੀ ਦਾ ਜਿਹੜਾ ਲਾ ਹੈ ਉਹ ਇੱਥੇ ਲਾਗੂ ਹੋਣਾ ਚਾਹੀਦਾ ਜੀ। ਜਰਮਨੀ ਦਾ ਲਾ ਇਹ ਹੈ ਕਿ ਇੱਕ ਬੰਦੇ ਨੂੰ ਤੁਸੀਂ ਫਾਂਸੀ ਨਹੀਂ ਦੇ ਸਕਦੇ, ਉਮਰ ਕੈਦ ਕਰ ਸਕਦੇ ਜੀ ਜੀ। ਲੇਕਿਨ ਇੰਡੀਅਨ ਗਵਰਨਮੈਂਟ ਨੇ ਫਾਂਸੀ ਵਾਲੀ ਗੱਲ ਵਾਲੇ ਪਾਸੇ ਤੁਰ ਪਏ, ਤੇ ਫਿਰ ਅਸੀਂ ਜਦੋਂ ਜਦ ਲੱਗੇ ਆ, ਸਾਰੀ ਕਮਿਊਨਿਟੀ, ਸਾਰੀ ਕੌਮ, ਸਾਰੀਆਂ ਜਥੇਬੰਦੀਆਂ ਲੱਗੀਆਂ, ਤੇ ਈਵਨ ਜਿਹੜੇ ਜਰਮਨ ਦੇ ਅਸੀਂ ਅੰਬੈਸਡਰ ਨੂੰ ਮਿਲ ਕੇ ਆਏ, ਉਤੋਂ ਦੇ ਵੀ ਪ੍ਰਾਈਮ ਮਿਨਿਸਟਰ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਭਾਈ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਤੁਸੀਂ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਉਮਰ ਕੈਦ ਕਰ ਸਕਦੇ ਹੋ, ਫਾਂਸੀ ਨਹੀਂ ਕਰ ਸਕਦੇ, ਕਿਉਂਕਿ ਜਰਮਨ ਵਿੱਚ ਫਾਂਸੀ ਅਲਾਉਡ ਨਹੀਂ ਹੈ, ਸਾਡਾ ਕਾਨੂੰਨ ਹੀ ਨਹੀਂ ਹੈ ਜੀ ਜੀ। ਇਸ ਕਰਕੇ ਇੱਥੇ ਵੀ ਕੋਈ ਗੱਲ ਹੋਣੀ ਨਹੀਂ ਚਾਹੀਦੀ। ਪਰ ਜੇ ਇੱਕ ਚੀਜ਼ ਬਰੀ ਹੋ ਗਈ ਤੇ ਉਹ ਹੁਣ ਇੱਕ ਬੰਦਾ ਜੇਲ੍ਹ ਦੀ ਕਾਲ ਕੋਠੀ ਚੋਂ ਬਾਹਰ ਆ ਗਿਆ ਤੇ ਉਹ ਕਹੋ ਜੀ ਕਿ ਬਈ ਇਹ ਕਿੱਦਾਂ ਗਿਆ ਸੀ, ਕਿੱਦਾਂ ਆਇਆ ਸੀ, ਉਹ ਬੰਦਾ ਆਪਣਾ ਨਵਾਂ ਜੀਵਨ ਬਤੀਤ ਕਰਦਾ ਹੈ। ਇਸੇ ਤਰ੍ਹਾਂ ਬਾਦਲ ਸਾਹਿਬ ਦੀ ਗੱਲ ਹੋਈ ਹੈ, ਤੇ ਬਾਦਲ ਸਾਹਿਬ ਇਜ਼ ਅ ਲੱਕੀ ਪਰਸਨ। ਉਹਨਾਂ ਦਾ ਬੇਟਾ ਜਿਹੜਾ ਸਟਾਰ ਪ੍ਰਚਾਰਕ ਪੰਜਾਬ ਦਾ, ਅੱਜ ਦੇਖੋ ਨਾ ਇੰਟਰਨੈਸ਼ਨਲ ਲੈਵਲ ਤੇ ਜਿੰਨੀਆਂ ਅਖਬਾਰਾਂ ਨੇ ਉਹ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਲਿਖਦੀਆਂ। ਇੱਕ ਪਾਸੇ ਮੋਦੀ ਦੀ ਫੋਟੋ ਬਣਾਈ ਹੁੰਦੀ ਹੈ, ਨਾਲ ਰਾਹੁਲ ਗਾਂਧੀ ਦੀ ਬਣਾਈ ਹੁੰਦੀ ਹੈ, ਤੇ ਨਾਲ ਸਰ ਸੁਖਬੀਰ ਸਿੰਘ ਬਾਦਲ ਦੀ ਬਣਾਈ ਹੁੰਦੀ ਹੈ। ਉਹ ਤਾਂ ਨੈਸ਼ਨਲ ਪਾਰਟੀ ਦੇ ਬੰਦੇ ਨੇ ਜਿਨ੍ਹਾਂ ਦੀ ਵਸੋਂ ਜਿਹੜੀ ਹੈ ਉਹ 98% ਹੈ। ਜਿਹੜੇ ਸਿੱਖ ਆ, ਜਿਹੜੀ ਅਸੀਂ ਮਾਈਕਰੋਸਕੋਪਿਕ ਮਾਈਨੋਰਿਟੀ ਚ, ਉਸ ਮਾਈਕਰੋਸਕੋਪਿਕ ਮਾਈਨੋਰਿਟੀ ਦਾ ਜਿਹੜਾ ਪ੍ਰਧਾਨ ਹੈ, ਉਹਦਾ ਨਾਂ ਦੇਸ਼ ਦੇ ਪ੍ਰਧਾਨ ਮੰਤਰੀ ਲਈ ਅਖਬਾਰਾਂ ਵਾਲੇ ਜ਼ਿਕਰ ਕਰਨ ਕਿ ਹੀ ਸੱਚ ਵਿਜ਼ਨਰੀ। ਥਾਪਰ ਸਾਹਿਬ, ਮੇਰਾ ਖਿਆਲ ਹੈ ਥਾਪਰ ਸਾਹਿਬ ਅਸੀਂ ਕੋ ਥੋੜਾ ਜਿਹਾ ਲਾਂਭੇ ਜਾ ਰਹੇ ਹਾਂ। ਮੇਰਾ ਪ੍ਰਸ਼ਨ ਜਿਹੜਾ ਹੈ, ਕਿਉਂਕਿ ਇਹ ਮਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਿੱਜੀ ਨਹੀਂ ਹੈ, ਪ੍ਰਧਾਨ ਉਹਨਾਂ ਦੇ ਚੀਫ ਮਿਨਿਸਟਰ ਦਾ ਨਹੀਂ ਹੈ, ਇੱਕ ਕਾਂਸਟੀਟਿਊਸ਼ਨਲ ਅਥਾਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ। ਉਹਨਾਂ ਦੇ ਅਫੀਸ਼ੀਅਲ ਕਾਰਜਾਂ ਕਰਕੇ ਅਗਰ ਇੱਥੋਂ ਦੀ ਸਰਕਾਰ ਨੇ, ਇੱਥੋਂ ਦੀ ਅਦਾਲਤ ਵਿੱਚ ਮੁਕੱਦਮਾ ਦਰਜ ਹੁੰਦਾ ਹੈ ਤੇ ਉਹਨਾਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਉਹ ਨੋਟਿਸ ਜਿਹੜਾ ਸੰਮਨ ਹੈ ਉਹ ਸਰਦਾਰ ਸੁਰਿੰਦਰ ਸਿੰਘ ਦੂਸਰੇ ਮਿਸਟੇਕਨ ਆਈਡੈਂਟੀਟੀ ਕਰਕੇ ਉਹਨਾਂ ਨੂੰ ਸਰਵ ਹੋ ਜਾਂਦਾ ਹੈ ਔਰ ਉਹ ਤਕਨੀਕੀ ਕਾਰਨ ਕਰਕੇ ਖਾਰਜ ਹੋ ਜਾਂਦਾ ਹੈ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਕਿਉਂਕਿ ਇਹਦੇ 'ਚ ਇੱਕ ਪਾਰਟੀ ਪੰਜਾਬ ਸਰਕਾਰ ਹੈ
दूजी पार्टी भारत सरकार है और ये इतने वड्डे इंटरनेशनल पद्धर दा ये जिहड़ा मामला है कि इहदे ते भारत सरकार ने कोई अपना स्टैंड नहीं लिया कि की साडे किसी मिनिस्टर या किसी कॉन्स्टिट्यूशनल अथॉरिटी नूं कल नूं प्रधानमंत्री ते भी हो सकता है, किसी होर मंत्री दे उत्ते भी हो सकता है कि इसका वो की जवाब देणगे या इनू किवें नजिठणगे इस नवीं बिज नूं या ये जिहड़ा नवां एक इन्हां दे उत्ते एक तलवार लटकेगी। ਇਹ ਤੇ ਕੇਂਦਰ ਸਰਕਾਰ ਦੀ ਗੱਲ ਤੇ ਕੇਂਦਰ ਸਰਕਾਰ ਕਰ ਸਕਦੀ ਹੈ ਜੀ, ਪੰਜਾਬ ਸਰਕਾਰ ਦੀ ਗੱਲ ਪੰਜਾਬ ਸਰਕਾਰ ਕਰ ਸਕਦੀ ਹੈ ਜੀ। ਮੈਂ ਤੇ ਜਾਤੀ ਤੌਰ ਤੇ ਪਾਰਟੀ ਦਾ ਇੱਕ ਸਿਪਾਹੀ ਹੋਣ ਦੇ ਨਾਤੇ ਜੀ। ਇੰਨੀ ਗੱਲ ਕਹਾਂਗਾ ਕਿ ਜੇ ਬਾਦਲ ਸਾਹਿਬ ਉਸ ਕੇਸ ਚੋਂ ਬਰੀ ਹੋ ਗਏ ਨੇ, ਚਾਹੇ ਉਹ ਸਮਨ ਗਲਤ ਹੋਇਆ ਜਾਂ ਕੋਈ ਹੋਇਆ, ਬਸ ਅਸੀਂ ਤਾਂ ਖੁਸ਼ੀ ਮਨਾ ਸਕਦੇ ਹਾਂ। ਔਰ ਵੀ ਆਰ ਨਾਟ ਦਾ ਗਵਰਨਮੈਂਟ ਜੀ, ਨਾਈਦਰ ਵੀ ਆਰ ਪੰਜਾਬ ਗਵਰਨਮੈਂਟ ਨਾਰ ਵੀ ਆਰ ਦਾ ਸੈਂਟਰਲ ਗਵਰਨਮੈਂਟ। ਇਟ ਆਲ ਡਿਪੈਂਡ ਅਪਨ देयर organizers of the state, they can issue statement on such occasion। जी जी जी। ਤੇ ਇਹਦੇ ਵਿੱਚ ਪਰ ਜਿਹੜਾ ਮੈਂ ਇੱਕ ਛੋਟਾ ਜਿਹਾ ਨੁਕਤਾ ਇਹ ਆਂਦਾ ਹੈ, ਮੈਂ ਉਹਦੇ ਤੇ ਤੁਹਾਡੇ ਨਾਲ ਗੱਲ ਕਰਾਂਗਾ। ਸਾਨੂੰ ਇੱਕ ਬ੍ਰੇਕ ਲੈਣਾ ਪੈਣਾ, ਉਹਦੇ ਬਾਅਦ ਸਿਰਫ 2 ਮਿੰਟ ਤੁਹਾਡੇ ਹੋਰ ਲੈ ਕੇ ਤੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਕਿਰਪਾ ਕਰਕੇ ਤੁਸੀਂ ਲਾਈਨ ਦੇ ਉੱਤੇ ਬਣੇ ਰਹੋ ਔਰ ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਦਰਜ ਹੋਇਆ ਉਹ ਮੁਕੱਦਮਾ ਖਾਰਜ ਹੋ ਗਿਆ ਕਿਉਂਕਿ ਉਸ ਮੁਕੱਦਮੇ ਦੇ ਵਿੱਚ ਸੰਮਨ ਜੋ ਸੀ ਉਹ ਤਾਮੀਲ ਨਹੀਂ ਹੋਏ। ਉਹਨਾਂ ਦੀ ਜਗ੍ਹਾ ਸਰਦਾਰ ਸੁਰਿੰਦਰ ਸਿੰਘ ਕਾਲਰਾ ਉਹਨਾਂ ਨੂੰ ਉਹ ਸੰਮਨ ਤਾਮੀਲ ਹੋਏ ਸਨ। ਇਸ ਤਕਨੀਕੀ ਕਾਰਨ ਦੇ ਉੱਤੇ ਮੁਕੱਦਮਾ ਖਾਰਜ ਹੋਇਆ। ਸਾਡੇ ਨਾਲ ਗੱਲਬਾਤ ਕਰ ਰਹੇ ਹਨ ਬਾਦਲ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਓਂਕਾਰ ਸਿੰਘ ਥਾਪਰ, ਔਰ ਵਾਕਈ ਜਿਨ੍ਹਾਂ ਦੀ ਖੁਸ਼ੀ ਜਿਹੜੀ ਹੈ ਉਹ ਜ਼ਾਹਿਰਾ ਤੌਰ ਦੇ ਉੱਤੇ ਪ੍ਰਗਟ ਹੋ ਰਹੀ ਹੈ। ਸੋ ਥਾਪਰ ਸਾਹਿਬ, ਤੁਹਾਡੀ ਇਸ ਖੁਸ਼ੀ ਦਾ ਕਾਰਨ ਔਰ ਤੁਹਾਡੀ ਤਸੱਲੀ ਦਾ ਕਾਰਨ ਬਹੁਤ ਹੀ ਸਪਸ਼ਟ ਹੈ, ਪਰ ਇੱਕ ਗੱਲ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਹੈ ਕਿ ਇਹ ਜ਼ਰੂਰ ਵਧਾਈ ਦੇ ਰਹੇ ਹੋ ਕਿ ਉਹ ਖਾਰਜ ਹੋ ਗਿਆ, ਕਿਸੇ ਵਜ੍ਹਾ ਕਰਕੇ ਵੀ ਹੋਇਆ, ਪਰ ਇਹਦਾ ਅਰਥ ਇਹ ਹੈ ਕਿ ਕੱਲ ਨੂੰ ਜੇ ਦੁਬਾਰਾ ਕੋਈ ਸਾ ਪ੍ਰਕਾਸ਼ ਸਿੰਘ ਬਾਦਲ ਜਾਂ ਕੋਈ ਹੋਰ ਮੰਤਰੀ ਜਾਂ ਕੋਈ ਹੋਰ ਅਹੁਦੇਦਾਰ ਇੱਥੇ ਆਉਂਦੇ ਹਨ ਤੇ ਉਹਨਾਂ ਦੇ ਉੱਤੇ ਅਗਰ ਪ੍ਰੋਪਰਲੀ ਹੁਣ ਸਰਵ ਹੋ ਜਾਏਗਾ, ਫਿਰ ਤਾਂ ਉਹ ਇੱਥੇ ਜਵਾਬਦੇਹ ਹੋ ਜਾਣਗੇ ਕਿ ਐਸੀ ਹਾਲਤ ਨੂੰ ਰੋਕਣ ਲਈ ਜਾਂ ਐਸੀ ਸਥਿਤੀ ਨਾ ਪੈਦਾ ਹੋਣ ਲਈ ਅਕਾਲੀ ਦਲ ਆਪਣੇ ਪੱਧਰ ਤੇ ਜਾਂ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਉਪਰਾਲਾ ਕਰੇਗਾ। ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਕੋਈ ਉਪਰਾਲਾ ਨਹੀਂ ਕਰਾਂਗੇ ਜੀ। ਅਕਾਲੀ ਦਲ ਜਿਹੜੀ ਹੈ ਇਹ ਸ਼ਹੀਦਾਂ ਦੀ ਜਥੇਬੰਦੀ ਹੈ, ਸੰਘਰਸ਼ ਦੇ ਵਿੱਚੋਂ ਨਿਕਲੀ ਹੈ ਜੀ। ਕੋਈ ਵੀ ਗੱਲ ਹੋਏਗੀ ਵਿਲ ਫੇਸ ਦਾ ਕੰਸੀਕੁਐਂਸਿਸ ਜੀ। ਪਰ ਇੰਨੀ ਗੱਲ ਤੁਹਾਨੂੰ ਜਿਹੜੀ ਗੱਲ ਕਰਤੀ ਹੈ ਕਿ ਜਿਹੜਾ ਸਮਾਂ ਆਏਗਾ ਉਹ ਦੇਖ ਲਾਂਗੇ ਜੀ। ਅਜੇ ਤੱਕ ਇਸ ਵੇਲੇ ਤੱਕ ਇਹੀ ਹੈ ਜੀ, ਜਸ਼ਨ ਮਨਾਓ, ਖੁਸ਼ੀ ਮਨਾਓ ਜੀ। ਸਾਡੀ ਪਾਰਟੀ ਦੇ ਜਿਹੜੇ ਯਾਨੀ ਆਪਣੇ ਆਗੂਆਂ ਦੇ ਇੱਥੇ ਆਉਣ ਦੇ ਉੱਤੇ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਰੁਕਾਵਟ ਨਹੀਂ ਹੋਏਗੀ, ਬਿਲਕੁਲ ਨਹੀਂ ਹੋਏਗੀ ਜੀ। ਤੇ ਅਖੀਰਲਾ ਇੱਕ ਪ੍ਰਸ਼ਨ ਹੈ ਥਾਪਰ ਸਾਹਿਬ, ਕਿਉਂਕਿ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਇੱਕ ਇਤਰਾਜ਼ ਇਹ ਸੀ ਕਿ ਕੁਝ ਐਸੇ ਵਿਅਕਤੀਆਂ ਨੂੰ ਅਹੁਦੇ ਦਿੱਤੇ ਗਏ ਜਿਨ੍ਹਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਦੋਸ਼ ਲੱਗਾ ਸੀ। ਜਿਵੇਂ ਕਾਂਗਰਸ ਦੀ ਸਰਕਾਰ ਦੇ ਉੱਤੇ ਵੀ ਦੋਸ਼ ਸੀ ਕਿ ਉਹ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ, ਕਤਲੇਆਮ ਕੀਤਾ, ਸ਼ਾਮਲ ਹੋਏ, ਉਹਨਾਂ ਨੂੰ ਸਰਕਾਰੀ ਅਹੁਦਿਆਂ ਨਾਲ ਸਨਮਾਨਿਤ ਕੀਤਾ। ਸੋ ਜੇ ਕੋਈ ਐਸੇ ਵਿਅਕਤੀ ਸੀ ਪੰਜਾਬ ਦੇ ਵਿੱਚ, ਕੀ ਮਜਬੂਰੀ ਹੈ ਕਿ ਉਹਨਾਂ ਨੂੰ ਕੋਈ ਅਹੁਦੇ ਦਿੱਤੇ ਜਾਣ ਜਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ? ਦੇਸ਼ ਦਾ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ ਜੀ, ਤੇ ਰਾਜੀਵ गांधी ने कहा कि जब बड़ा पेड़ गिरता है जी तो धरती हिलती है जी। तो वो भी देश का प्रधानमंत्री है जो हजारा सिख बेगुनाह मारे गए, औरतां विधवा हुई, बच्चे यतीम हुए, और उस तो बड़ा क्राइम तो कोई नहीं कर सकता जी जी। लेकिन वो चला गया कि असं ये तो नहीं कहते उन्होंने गिरफ्तार करो या उन्होंने फांसी दो, पर ਉਹਦੇ ਕਹਿਣ ਤੇ ਜਿਹੜੇ ਕਾਂਗਰਸ ਦੇ
ਸਿਪਾਹੀ ਬਣੇ ਸੀ ਸੱਜਣ ਕੁਮਾਰ ਟਾਈਟਲਰ ਭਗਤ, ਉਹ ਸਾਰੇ ਉਹਨਾਂ ਦੇ ਖਿਲਾਫ 10-10 ਕਮਿਸ਼ਨ ਬੈਠੇ ਤੇ ਉਸ ਤੋਂ ਬਾਅਦ FIR ਲਾਜ ਹੋਈ ਤੇ FIR ਤੋਂ ਬਾਅਦ ਜਿਹੜੇ ਵਿਟਨਸ ਸੀ ਉਹਨਾਂ ਨੇ ਵਿਟਨਸ ਵੀ ਦਿੱਤੀ ਕਿ ਇਹ ਸੱਜਣ ਕੁਮਾਰ ਹੈ ਕਿ ਜਿਹਦੇ ਇਸ਼ਾਰੇ ਤੇ ਇਹਨੇ ਕਿਹਾ ਇਹਨਾਂ ਨੂੰ ਮਾਰ ਦਿਓ ਤੇ ਸਾਡੇ ਪਰਿਵਾਰਾਂ ਦੇ ਸੈਂਕੜੇ ਜੀ ਮਾਰੇ ਗਏ ਤੇ ਉਹਨੂੰ ਪਿਕਟ ਚੂਜ਼ ਕਰਕੇ ਕੋਰਟ ਕੱਢ ਦੇਵੇ ਤੇ ਬਾਕੀਆਂ ਨੂੰ ਸਜ਼ਾ ਦੇ ਦੇਵੇ। ਇਹ ਕਿੱਥੋਂ ਦਾ ਕਾਨੂੰਨ ਹੈ? ਜਿਹੜੇ ਜਿਨ੍ਹਾਂ ਨੇ ਜਜਮੈਂਟ ਦੇਣੀ ਹੈ ਉਹ ਹੀ ਸਰਕਾਰ ਦੇ ਪ੍ਰੈਸ਼ਰ ਥੱਲੇ ਆ ਜਾਣ ਤੇ ਫਿਰ ਦੇਸ਼ ਵਿੱਚ ਕੀ ਕਾਨੂੰਨ ਹੋ ਸਕਦਾ? ਠੀਕ ਹੈ। ਸੋ ਉਹ ਜਿਹੜਾ ਤੁਸੀਂ ਮਤਲਬ ਜਿਹੜਾ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਜਿਹੜੇ ਪੰਜਾਬ ਦੇ ਵਿੱਚ ਅਗਰ ਅਹੁਦੇ ਦਿੱਤੇ ਗਏ ਉਹ ਕੀ ਮਜਬੂਰੀ ਸੀ, ਪਰ ਚਲੋ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਔਰ ਆਪਣੇ ਵਿਚਾਰ ਦੇਣ ਲਈ ਔਰ ਵਧਾਈ ਲੈਣ ਲਈ ਔਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰ ਓਂਕਾਰ ਸਿੰਘ ਥਾਪਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ, ਜਿਹੜੇ ਕਿ ਵਿਸਕੌਨਸਨ ਦੇ ਡਿਸਟ੍ਰਿਕਟ ਕੋਰਟ ਦੇ ਉਸ ਮੁਕੱਦਮੇ ਦੇ ਬਾਰੇ ਅਕਾਲੀ ਦਲ ਦਾ ਸਟੈਂਡ ਜ਼ਾਹਿਰ ਕਰ ਰਹੇ ਸਨ ਔਰ ਉਸ ਕੇਸ ਦੇ ਬਾਰੇ ਥੋੜੀ ਜਿਹੀ ਆਪ ਨੂੰ ਅਸੀਂ ਤਫਸੀਲ ਜ਼ਰੂਰ ਦੇਵਾਂਗੇ ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਕਿ ਇਹ ਜੋ ਮੁਕੱਦਮੇ ਦਾ ਜੋ ਫੈਸਲਾ ਹੋਇਆ ਹੈ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ। ਇੱਕ ਗੱਲ ਤਾਂ ਛੋਟੀ ਜੀ ਨਜ਼ਰ ਆਉਂਦੀ ਹੈ ਪਰ ਇਸ ਦਾ ਨਤੀਜਾ, ਇਸ ਦਾ ਰਿਜ਼ਲਟ ਕੁਦਰਤੀ ਤੌਰ ਦੇ ਉੱਤੇ ਬਹੁਤ ਵੱਡਾ ਹੈ, ਬਹੁਤ ਦੂਰਗਾਮੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਾਜ਼ਰ ਮੌਜੂਦਾ ਮੁੱਖ ਮੰਤਰੀ ਹੋਣ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਬਲਜਿੰਦਰ ਸਿੰਘ ਬੋਲ ਰਿਹਾ ਜੀ, ਸਿਰੈਕਿਊਜ਼ ਨਿਊਯਾਰਕ ਤੋਂ। ਜੀ ਬਲਜਿੰਦਰ ਸਿੰਘ ਜੀ ਆਇਆਂ ਨੂੰ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਹਾਂਜੀ ਭਾਜੀ, ਮੈਂ ਇਹਦੇ ਬਾਰੇ ਇਹੋ ਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਕਾਂਗਰਸ ਸਰਕਾਰ ਵੇਲੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਜ਼ਿਆਦਤੀਆਂ ਕੀਤੀਆਂ ਸੀ ਸਿੱਖ ਨੌਜਵਾਨਾਂ ਦੇ ਉੱਤੇ ਤੇ ਸਰਕਾਰ ਦਾ ਜਿਹੜਾ ਅਕਾਲੀ ਸਰਕਾਰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੀ ਉਹਨੂੰ ਲਿਆਉਣ ਦਾ ਪੰਜਾਬ ਦੇ ਲੋਕਾਂ ਦਾ ਇਹੋ ਹੀ ਮਕਸਦ ਸੀ ਕਿ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਏਗਾ। ਬਿਲਕੁਲ। ਉਹਨਾਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਤਸ਼ੱਦਦ ਕੀਤਾ ਤੇ ਕੁਝ ਕੁ ਨਾਂ ਜਿਵੇਂ ਇਜ਼ਹਾਰ ਆਲਮ ਦੇ ਅੰਮ੍ਰਿਤਸਰ ਦੇ SSP ਹੋਣ ਦੇ ਦੌਰਾਨ ਆਲਮ ਸੈਨਾ ਨੇ ਬਹੁਤ ਤਸ਼ੱਦਦ ਕੀਤਾ ਔਰ ਸੁਮੇਧ ਸੈਣੀ ਸਾਹਿਬ ਦੇ ਉੱਤੇ ਤੇ CBI ਨੇ ਵੀ ਇਹ ਕਿਹਾ ਵਾ ਕਿ ਇਹਨਾਂ ਦੇ ਉੱਤੇ ਭੁੱਲਰ ਸਾਹਿਬ ਦੇ ਫਾਦਰ ਤੇ ਉਹਨਾਂ ਦੇ ਮਾਸਟਰ ਜੀ ਦਾ ਜਿਹੜਾ ਕੇਸ ਆ ਉਹ ਪੈਣਾ ਚਾਹੀਦਾ ਵਾ। ਉਹਦੇ ਬਾਵਜੂਦ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਦੀ ਬਜਾਏ ਜੇ ਬਾਦਲ ਸਾਹਿਬ ਉਹਨਾਂ ਨੂੰ ਅਹੁਦੇ ਦਿੰਦੇ ਆ ਤੇ ਉਹ ਕ੍ਰਿਮੀਨਲ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਨੇ। ਜੀ ਬਿਲਕੁਲ, ਇਹੀ ਸਵਾਲ ਆਪ ਦੇਖ ਰਹੇ ਹੋ, ਇਹੀ ਸਵਾਲ ਅਸੀਂ ਥਾਪਰ ਸਾਹਿਬ ਨੂੰ ਪੁੱਛ ਵੀ ਰਹੇ ਸੀ ਪਰ ਉਹਨਾਂ ਦਾ ਤੇ ਇਹ ਇੱਕ ਜਵਾਬ ਸੀ ਕਿ ਵਧਾਈ ਦਿਓ, ਮਠਿਆਈ ਖਾਓ, ਗੱਲ ਖਤਮ ਹੋ ਗਈ। ਪਰ ਨਹੀਂ, ਗੱਲ ਇਹ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਇੱਕ ਕਨਸਟੀਟਿਊਸ਼ਨਲ ਅਥਾਰਟੀ, ਕੇਸ ਗਲਤ ਜਾਂ ਸਹੀ ਹੋਣਾ, ਇਲਜ਼ਾਮ ਗਲਤ ਜਾਂ ਸਹੀ ਹੋਣਾ, ਪਰ ਉਸ ਅਥਾਰਟੀ ਨੂੰ, ਇੱਕ ਹਿੰਦੁਸਤਾਨ ਦੀ ਕਨਸਟੀਟਿਊਸ਼ਨਲ ਅਥਾਰਟੀ ਨੂੰ ਇੱਥੋਂ ਦੀ ਕਿਸੇ ਅਦਾਲਤ ਦੇ ਅੱਗੇ ਆਪਣੇ ਆਪ ਨੂੰ ਜਵਾਬਦੇਹ ਮੰਨਣਾ ਇੱਕ ਬਹੁਤ ਵੱਡੀ ਘਟਨਾ ਹੋਏਗੀ ਔਰ ਇਸ ਦੇ ਨਤੀਜੇ ਕਾਫੀ ਗੰਭੀਰ ਹਨ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਲੰਬਾ ਸਾਹਿਬ, ਮੈਂ ਰਤਨ ਸਿੰਘ ਬੋਲ ਰਿਹਾ ਜੀ। ਰਤਨ ਸਿੰਘ ਜੀ ਆਇਆਂ ਨੂੰ, ਛੁੱਟੀ ਕੱਟ ਕੇ ਆ ਗਏ? ਹਾਂਜੀ ਜੀ ਰਤਨ ਸਿੰਘ ਜੀ, ਹੁਕਮ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਤਾਂ ਪਹਿਲਾਂ ਇਹੀ ਕਹਾਂਗਾ ਕਿ ਥਾਪਰ ਸਾਹਿਬ ਦਾ ਦਿਮਾਗ ਸਿਰਫ ਲੱਡੂ ਖਾਣ ਤੱਕ ਹੀ ਸੀਮਤ ਜਾਪਿਆ। ਜੀ ਜਿਹੜੇ ਤੁਸੀਂ ਸਵਾਲ ਉਹਨਾਂ ਨੂੰ ਪੁੱਛੇ ਉਹਨਾਂ ਦਾ ਜਵਾਬ ਉਹਨਾਂ ਨੇ ਆਖਰੀ ਆਪ ਹੀ ਫਸ ਗਿਆ ਰਾਜੀਵ ਦਾ ਐਗਜ਼ਾਮਪਲ ਦੇ ਕੇ। ਜੀ ਮੈਂ ਅਖਲਾਕ ਨੂੰ ਐਜੂਕੇਸ਼ਨ ਤੋਂ ਉੱਪਰ ਸਮਝਦਾ। ਜੋ ਬਾਦਲ ਸਾਹਿਬ ਨੇ ਸਵਾਲ ਕੀਤਾ, ਸਾਰੀ ਦੁਨੀਆ ਜਾਣਦੀ, ਇਟਸ ਓਪਨ ਸੀਕ੍ਰੇਟ ਆਫ ਅਫਗਾਨਿਸਤਾਨ ਗਵਰਨਮੈਂਟ ਕਿ ਉਹਨਾਂ ਦਾ ਮੇਨ ਜਿਹੜਾ ਸੋਰਸ ਆਫ ਇਨਕਮ ਆ ਅਫੀਮ ਡੋਡੇ ਹੀ ਆ। ਜੀ ਉਹਦੇ ਬਾਰੇ ਸਹੀ ਉਹਨਾਂ ਨੇ ਕਿਹਾ। ਜਿਹੜਾ ਲਵਲੀ ਵਾਲਿਆਂ ਦੀ ਯੂਨੀਵਰਸਿਟੀ ਆ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਇੱਕ ਬਿਜ਼ਨਸ ਮਾਈਂਡਡ ਹੈਗਾ ਉਹ ਆਦਮੀ। ਹਾਂਜੀ ਉਹਨਾਂ ਨੂੰ ਸੱਦਣ ਦਾ ਇਹੀ ਇੱਕ ਸੀਗਾ, ਨਹੀਂ ਤਾਂ ਇੰਟੈਲੈਕਚੁਅਲ ਦਾ ਇੰਡੀਆ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ। ਉਸਨੂੰ ਉੱਚਾ ਪੱਧਰ ਤੇ ਦਰਸਾਉਣ ਵਾਸਤੇ ਇਹ ਹਰਕਤ ਕੀਤੀ ਗਈ। ਤੇ ਐਜੂਕੇਸ਼ਨ ਬੱਚਾ ਜਿਹੜਾ ਛੋਟੇ ਗਵਰਨਮੈਂਟ ਅਦਾਰਿਆਂ ਵਿੱਚ ਪੜ੍ਹ ਕੇ ਵੀ ਉਹ ਚੀਜ਼ ਬਣ ਸਕਦਾ ਹੈ ਕਿ ਗਵਰਨਮੈਂਟ ਅਦਾਰੇ ਵੀ ਚੱਲਦੇ ਰਹਿਣੇ ਚਾਹੀਦੇ ਆ।
ਸਾਈਡ ਬਾਈ ਸਾਈਡ ਇਹ ਦੋਨੋਂ ਚੀਜ਼ਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਕਿ ਬਹੁਤ ਹਾਇਰ ਲੈਵਲ ਤੇ ਨਵੀਨ ਲੈਵਲ ਤੇ ਇਹ ਐਜੂਕੇਸ਼ਨ ਦਿਲਵਾ ਸਕਦੇ ਬੱਚਿਆਂ ਨੂੰ ਇਹੋ ਜਿਹੀਆਂ ਯੂਨੀਵਰਸਿਟੀਆਂ ਜੀ। ਤੇ ਜਿਹੜਾ ਇਹ ਥਾਪਰ ਸਾਹਿਬ ਵਾਲੀ ਗੱਲ ਹੈ, ਜ਼ਰੂਰ ਗਲੋਬਲ ਲੈਵਲ ਤੇ ਕੋਰਟ ਹੋਣਾ ਚਾਹੀਦਾ ਹੈਗਾ ਜਿਹੜਾ ਕਿ ਬਿਲਕੁਲ ਆਟੋਨਮਸ ਬੋਡੀ ਹੈਗਾ। ਹੁਣ ਤੁਸੀਂ ਆਪਣੇ ਇੰਡੀਆ ਦੇ ਵਿੱਚ ਹੀ ਫੈਸਲੇ ਹੋਏ, ਸੱਜਣ ਕੁਮਾਰ ਦਾ ਤਾਜ਼ਾ ਫੈਸਲਾ ਦੇਖ ਲਓ ਕਿ ਉਹ ਗੁਲਾਮ ਫੈਸਲਾ ਮੈਂ ਕਹੂੰਗਾ ਕਿ ਸਰਕਾਰ ਦਾ ਤੇ CBI ਦਾ ਮਿਲੀ ਜੁਲੀ ਜੀ ਬਿਲਕੁਲ ਤੁਸੀਂ ਬਿਲਕੁਲ ਬੋਡੀ ਜ਼ਰੂਰ ਐਸੀ ਆਟੋਨਮਸ ਦੁਨੀਆ ਤੇ ਛੋਟੀ ਜਿਹੀ ਹੈ ਹੋ ਗਈ ਹੈ ਜ਼ਰੂਰ ਹੋਣੀ ਚਾਹੀਦੀ ਹੈ ਇੱਕ ਕੋਰਟ ਜਿਹੜੀ ਕਿ ਇਹੋ ਜਿਹੇ ਲੀਡਰਾਂ ਦੀ ਪੁੱਛਗਿੱਛ ਕਰ ਸਕੇ ਤੇ ਸਹੀ ਜਿਹੜਾ ਫੈਸਲਾ ਦੇ ਸਕੇ। ਬਹੁਤ ਬਹੁਤ ਧੰਨਵਾਦ ਸਰ ਰਤਨ ਸਿੰਘ ਜੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਤੁਸੀਂ ਲਾਈਨ ਦੇ ਉੱਤੇ ਬਣੇ ਰਹੋ, ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਇੱਕ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਤਾਂ ਬਰੀ ਹੋ ਗਏ, ਪਰ ਇਹਦਾ ਪ੍ਰਤੀਕਰਮ ਕੀ ਹੋਏਗਾ ਉਹ ਬਾਅਦ ਦੀ ਗੱਲ ਹੈ। ਤੁਹਾਡੇ ਪ੍ਰਤੀਕਰਮ। ਹੈਲੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਮੈਂ ਸਤਨਾਮ ਸਿੰਘ ਬੋਲ ਰਿਹਾ ਜੀ, ਇੱਥੋਂ ਵਾਟਰਲੂ ਕੈਨੇਡਾ। ਜੀ ਭਾਈ ਸਾਹਿਬ, ਕੀ ਤੁਹਾਡੇ ਵਿਚਾਰ ਹੈ ਇਹਦੇ ਬਾਰੇ? ਮੈਂ ਉਹ ਸੁਣ ਰਿਹਾ ਸੀ ਤੁਹਾਡਾ, ਉਹ ਮਤਲਬ ਵੀ ਤੁਸੀਂ ਦੱਸਿਆ ਨਾ ਵੀ ਉਹ ਆਪਣੇ ਉਹਨਾਂ ਨੇ ਰੱਬ ਤੁਹਾਡਾ ਕਰੇ ਪਰ ਵੀ ਉਹ ਗਲਤ ਨਾਂ ਦੇ ਸਾਹਮਣੇ ਭੇਜਦੇ। ਜੀ ਜੀ ਜੀ। ਤੇ ਮਤਲਬ ਉਹ ਕਹਿੰਦੇ ਵੀ ਮਤਲਬ ਵੀ ਸਾਹਮਣ ਜਿਹਨੂੰ ਗਏ ਸੀਗੇ ਮਤਲਬ ਵੀ ਉਹ ਕਲੀਅਰ ਹੋ ਗਿਆ ਨਾ ਕਿ ਬਾਦਲ ਹੋ ਗਿਆ? ਨਾ ਉਹ ਕਲੀਅਰ ਹੋ ਗਿਆ। ਉਸ ਦਾ ਸੁਰਿੰਦਰ ਸਿੰਘ ਕਾਲਰਾ ਹੈਗੇ ਆ, ਉਹਨੇ ਦੇਖਿਆ ਪਤਲੇ ਜਿਹੇ ਬੰਦੇ ਹੈਗੇ ਆ, ਦਾੜਾ ਖੁੱਲਾ ਹੈਗਾ, ਚਿੱਟਾ ਦਾੜਾ ਹੈਗਾ, ਉਹਨਾਂ ਨੇ ਜਾ ਕੇ ਸੰਬੰਧ ਦੇ ਦਿੱਤਾ। ਉਹਨੇ ਸਮਝਿਆ ਖਰੇ ਬਾਦਲ ਹੈ। ਇੱਕ ਗੱਲ ਤਾਂ ਚੰਗੀ ਹੈ, ਸਾਰੇ ਸਿੰਘ ਇੱਕੋ ਜਿਹੇ ਨਜ਼ਰ ਆਉਂਦੇ ਆ, ਪਰ ਇਹ ਜਿਹੜੀ ਸੀਗੀ ਮਿਸਟੇਕਨ ਆਇਡੈਂਟੀਟੀ। ਔਰ ਜੱਜ ਨੇ ਵੀ ਕਿਹਾ ਕਿ ਜੋ ਉਸ ਦੇ ਖਿਲਾਫ ਉਹਨਾਂ ਦੇ ਉੱਤੇ ਬੜੀਆਂ ਦਲੀਲਾਂ ਦਿੱਤੀਆਂ ਗਈਆਂ, ਬੜਾ ਕੁਝ ਕਿਹਾ ਗਿਆ, ਪਰ ਉਹ ਕੋਈ ਸਹਾਈ ਨਹੀਂ ਹੋਣਗੀਆਂ। ਸੰਮਨ ਨਹੀਂ ਸਰਵ ਹੋਏ ਔਰ ਨਹੀਂ ਹੋਏ, ਉਹ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋਈ। ਜੀ ਜੀ ਜੀ। ਸੋ ਇਸ ਕਰਕੇ ਉਹ ਉਸ ਬਣਾ ਦੇ ਉੱਤੇ ਉਹਨਾਂ ਨੂੰ ਬਰੀ ਕਰ ਦਿੱਤਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ, ਥੈਂਕ ਯੂ। ਹੈਲੋ ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਪਾਲ ਸਿੰਘ ਬੋਲ ਰਿਹਾ ਜੀ। ਜੀ, ਕਿੱਥੋਂ ਵੀਰ ਜੀ? ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ। ਜੀ ਜੀ, ਹੁਕਮ ਕਰੋ ਸਰ, ਕੀ ਆਦੇਸ਼? ਉਹਨਾਂ ਨੇ ਵੀਰ ਜੀ ਨੇ ਕਿਹਾ ਵੀ ਥਾਪਰ ਸਾਹਿਬ ਨੇ ਜੀ ਜੀ ਸ਼ਹੀਦਾਂ ਦੀ ਜੱਥੇ ਬੜੀਆਂ ਕੁਰਬਾਨੀਆਂ ਦੇ ਕੇ ਨਿਕਲੇ ਆ। ਹਾਂਜੀ। ਉਹ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਉਹ ਤੇ ਅਕਾਲੀ ਦਲ ਸੀ ਜੀ, ਉਹਦਾ ਬਾਦਲ ਅਕਾਲੀ ਦਲ ਬਣਿਆ ਹੈ। ਇਹਨਾਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ? 84 ਦੇ ਵਿੱਚ ਵੀ ਸਾਰੀ ਦੁਨੀਆ ਜਾਣਦੀ ਹੈ ਕਿ ਹੱਥ ਖੜੇ ਕਰਕੇ ਬਾਹਰ ਆ ਗਏ, ਉਹਦੇ ਨਾਲ ਨਿਆਣੇ ਸਾਰੇ ਬਾਹਰ ਸਨ। ਜੀ ਜੀ ਜੀ। ਤੁਹਾਡਾ ਜਿਹੜਾ ਸਵਾਲ ਹੈ ਬੜਾ ਤਿੱਖਾ ਔਰ ਸਿੱਧਾ ਹੈ, ਪਰ ਇੱਕ ਗੱਲ ਤਾਂ ਸਹੀ ਹੈ ਕਿ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। 25 ਸਾਲ ਤੋਂ 5ਵੀਂ ਵਾਰ ਮੁੱਖ ਮੰਤਰੀ ਬਣੇ ਨੇ ਤੇ ਇਹਨਾਂ ਨੇ ਕਿੰਨੀ ਕੁ ਵਾਰੀ? ਜੀ 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 ਜੀ, ਕੁਝ ਕਹਿਣਾ ਚਾਹ ਰਹੇ ਹੋ? ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ। ਸੋ ਜਿਹੜਾ ਤੁਸੀਂ ਹਾਂਜੀ ਹਾਂਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ? ਤੁਹਾਡੀ ਆਵਾਜ਼ ਨਹੀਂ ਆ ਰਹੀ। ਇੱਕ ਸਵਾਲ ਹੈਗਾ ਸੀਗਾ ਕਿ ਇਹਨਾਂ ਦੀ ਵਿਰੋਧੀ ਧਿਰ ਦੇ ਨਾਲ ਇਹਨਾਂ ਦੀ ਬੜੀ ਜਾਰੀ ਹੈ ਜੀ। ਵਿਰੋਧੀ ਧਿਰ ਦੇ ਨਾਲ ਇਹਨਾਂ ਦੀ ਬੜੀ ਪੱਕੀ ਦੋਸਤੀ ਹੈ, ਪਤੀ ਪਤਨੀ ਦਾ ਰਿਸ਼ਤਾ ਹੈ ਜੀ। ਤੇ ਇਹਨਾਂ ਨੇ ਸ਼ਾਇਦ ਲਾਈਨ ਤੁਹਾਡੀ ਕੱਟੀ ਗਈ ਜਾਂ ਕੋਈ ਟੈਲੀਫੋਨ ਦੇ ਖਰਾਬੀ ਹੈ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਹੈ, ਅਸਲੀਅਤ ਤਾਂ ਇਹ ਹੈ ਕਿ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਸੀ, ਸੰਗਤ ਨੇ, ਸਿੱਖਾਂ ਨੇ, ਸਿੰਘਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਹਨ, ਪਰ ਜੋ ਅਗਵਾਈ ਸੀ ਉਹ ਨਿਸ਼ਾਨ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਧਰਮ ਯੁੱਧ ਮੋਰਚਾ ਲਗਾਇਆ। ਆਗੂਆਂ ਨੇ ਦਿੱਤੀ ਕਿ ਨਹੀਂ ਦਿੱਤੀ, ਇਹ ਇੱਕ ਵੱਖਰਾ ਪ੍ਰਸ਼ਨ ਹੈ, ਪਰ ਸਿੰਘਾਂ ਦੀਆਂ ਕੁਰਬਾਨੀਆਂ ਬਹੁਤ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੀ ਕਾਲ ਦੇ ਉੱਤੇ ਕੁਰਬਾਨੀ ਦੇਣੀ ਜਿਹੜੀ ਦਿੱਤੀਆਂ ਗਈਆਂ ਉਹ ਸਿੰਘਾਂ ਦੀਆਂ ਹੋਈਆਂ, ਇਸ ਵਿੱਚ ਕੋਈ ਦੋ ਰਾਏ ਨਹੀਂ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਹਰਬੰਸ ਸਿੰਘ ਢਿੱਲੋਂ ਬੋਲਦਾ ਲਾਹੌਰ ਤੋਂ। ਜੀ ਜੀ ਜੀ, ਢਿੱਲੋਂ ਸਾਹਿਬ
ਜੀ ਹੁਕਮ ਲਾਂਬਾ ਕਰੋ ਸਾਹਿਬ, ਮੈਂ ਜਿਹੜਾ ਕੇਸ ਕਾਫੀ ਚਿਰ ਤੋਂ ਸੁਣ ਰਿਹਾ ਸੀ ਜੀ, ਜਿਹੜੇ ਕੇਸ ਦੀ ਸੁਣਵਾਈ, ਜਿਹੜਾ ਮਤਲਬ ਇਸ ਤਰ੍ਹਾਂ ਦੇ ਕੇਸ ਰਜਿਸਟਰ ਹੁੰਦੇ ਆ ਨਾ, ਹਾਂਜੀ, ਵੀ ਕਿਸੇ ਦੂਸਰੇ ਦੇਸ਼ ਵਿੱਚ ਕਿੰਨਾ ਉਹਨੇ ਜ਼ੁਲਮ ਕੀਤਾ, ਕਿੰਨਾ ਨਹੀਂ ਜ਼ੁਲਮ ਕੀਤਾ। ਜੀ ਜੀ ਜੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਪ੍ਰੈਜ਼ੀਡੈਂਟ ਬੁਸ਼ ਨੇ ਜਦੋਂ ਇਰਾਕ ਤੇ ਅਟੈਕ ਕੀਤਾ ਜੀ, ਉੱਥੋਂ ਕਿਹਾ ਵੀ ਕੈਮੀਕਲ ਤੇ ਨਿਊਕਲੀਅਰ ਉਹਨਾਂ ਉਸ ਕੰਟਰੀ ਦੇ ਕੋਲ ਆ, ਤਾਂ ਉਸ ਕੰਟਰੀ ਤੇ ਅਟੈਕ ਕੀਤਾ ਗਿਆ। ਜੀ ਜੀ, ਕੱਲ ਨੂੰ ਉੱਥੇ ਕਿੰਨੇ ਹਜ਼ਾਰਾਂ ਲੋਕਾਂ ਦੇ ਹਿਸਾਬ ਨਾਲ ਲੱਖਾਂ ਲੋਕਾਂ ਦੇ ਹੁਣ ਮਰ ਰਿਹਾ, ਤੇ ਹਜ਼ਾਰਾਂ ਲੋਕ ਪਹਿਲੋਂ ਮਰੇ। ਜੀ ਜੀ ਜੀ, ਜੇਕਰ ਕੋਈ ਕੱਲ ਨੂੰ ਉੱਥੋਂ ਉੱਠ ਕੇ ਬੰਦਾ ਜਾ ਕੇ ਬੁਸ਼ ਤੇ ਕੇਸ ਕਰ ਦੇਵੇ ਲੀਗਲ ਇੰਡੀਆ ਦੇ ਵਿੱਚ, ਜੀ, ਤੇ ਮੇਰੇ ਖਿਆਲ ਇਹ ਜਿਹੜੇ ਕੇਸ ਹੁੰਦੇ ਹੈ ਨਾ, ਇਹ ਤਾਂ ਇੱਕ ਦੂਜੇ ਦਾ ਨਾਂ ਚਮਕਾਉਣ ਲਈ, ਏਦਾਂ ਕਿਸੇ ਦੂਸਰੀ ਕੰਟਰੀ ਦਾ ਕੋਈ ਵੀ ਕੇਸ ਹੋਵੇ, ਜੱਜ ਨੇ ਬਹਾਨਾ ਲਾ ਕੇ ਨਾ ਕੋਈ ਕੇਸ ਨੂੰ ਕਲੀਅਰ ਕਰਨਾ ਹੀ ਹੁੰਦਾ। ਨਹੀਂ, ਮੈਂ ਢਿੱਲੋਂ ਸਾਹਿਬ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਕਾਨੂੰਨ ਅਮਰੀਕਾ ਦੇ ਵਿੱਚ ਪਾਸ ਹੋਇਆ ਹੈ, ਇਹ ਕਾਨੂੰਨ ਹੈਗਾ ਔਰ ਅਸਲੀਅਤ ਹੈ। ਇਸ ਦੇ ਮੁਤਾਬਕ ਕੋਈ ਵੀ ਵਿਅਕਤੀ ਕਦੀ ਵੀ ਕਿਸੇ ਦੇ ਉੱਤੇ ਵੀ ਕੇਸ ਕਰ ਸਕਦਾ ਹੈ। ਸੋ ਅਖੀਰਲੀ ਕਾਲ ਲੈ ਕੇ, ਹਾਂਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਪਿਆਰਾ ਸਿੰਘ ਜੀ, ਤੁਹਾਡਾ ਸੰਖੇਪ ਵਿੱਚ ਕੀ ਸੁਨੇਹਾ ਹੈਗਾ? ਹਾਂਜੀ, 2 ਲਾਈਨਾਂ ਜੀ। ਮਾਈਨੋਰਿਟੀ ਨੂੰ ਜੋ ਇਨਸਾਫ ਕਿੱਥੋਂ ਮਿਲੇ? ਹਾਂਜੀ, ਕੋਈ ਇੰਟਰਨੈਸ਼ਨਲ ਬਾਡੀ ਇੰਡੀਪੈਂਡੈਂਟ ਜੁਡੀਸ਼ਰੀ ਸੰਸਾਰ ਪੱਧਰ ਤੇ ਹੋਣੀ ਚਾਹੀਦੀ ਹੈ। ਜੀ 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 ਜੀ, UN ਤੋਂ ਸਟੈਪ ਲਿੱਤਾ ਜਾ ਸਕਦਾ ਹੈ। ਇਹ ਇੱਕ ਵੱਡੀ ਬਾਡੀ ਹੈ, ਹੋਰ ਜਿਹੜੇ ਛੋਟੇ ਉਹ ਨਹੀਂ ਕਰ ਸਕਦੇ। ਜੀ 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 ਜੀ, ਸਹੀ ਗੱਲ ਹੈ। ਤੋ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸੀ ਪ੍ਰੋਗਰਾਮ ਅੱਜ ਦਾ ਨਿਰਭਉ ਨਿਰਵੈਰ। ਤੁਸੀਂ ਆਪਣੇ ਵਿਚਾਰ lamba@getpunjabi.tv ਦੇ ਉੱਤੇ ਦਿਓ। ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।